ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਇਸ ਕਲਾਸ ਦੇ ਵਿੱਚ ਮੈਂ ਪੋਲਿਟੀ ਦਾ ਮੋਸਟ ਇੰਪੋਰਟੈਂਟ ਟੌਪਿਕ ਲੈ ਕੇ ਆਇਆ ਹਾਂ, ਰਾਸ਼ਟਰਪਤੀ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਬਣਦੇ ਆ, ਲਗਭਗ 50 ਪਲੱਸ ਕੁਐਸਚਨ ਤੁਹਾਨੂੰ ਮੈਂ ਇਸ ਕਲਾਸ ਦੇ ਵਿੱਚ ਕਰਵਾਊਂਗਾ। ਇਹਨਾਂ ਵਿੱਚੋਂ ਬਹੁਤ ਸਾਰੇ ਕੁਐਸਚਨ ਪੇਪਰਾਂ ਦੇ ਵਿੱਚ ਪਹਿਲਾਂ ਆਏ ਹੋਏ ਆ, ਅਲੱਗ-ਅਲੱਗ ਪੇਪਰਾਂ ਦੇ ਵਿੱਚ, ਠੀਕ ਹੈ। ਸੋ ਕੌਂਸਟੇਬਲ ਦੇ ਪੇਪਰ ਲਈ ਵੀ ਇਹ ਕੁਐਸਚਨ ਇੰਪੋਰਟੈਂਟ ਹੈ। ਸਾਰੇ ਜਾਣੇ ਧਿਆਨ ਨਾਲ ਇਸ ਕਲਾਸ ਨੂੰ ਲਗਾਇਓ ਤੇ ਮੇਰੇ ਨੰਬਰ ਦੇ ਉੱਤੇ ਮੈਸੇਜ ਜ਼ਰੂਰ ਕਰ ਲਿਓ। ਮੈਂ ਟੈਲੀਗ੍ਰਾਮ ਅਤੇ ਵਟਸਐਪ ਗਰੁੱਪ ਬਣਾਇਆ ਹੋਇਆ ਹੈ, ਨਵੇਂ ਗਰੁੱਪ ਬਣਾਏ ਆ, ਜਿੱਥੇ ਤੁਹਾਨੂੰ ਮੈਂ ਐਡ ਕਰ ਲੂँਗਾ। ਉਹਨਾਂ ਗਰੁੱਪਾਂ ਦੇ ਵਿੱਚ ਤੁਹਾਨੂੰ ਪੇਪਰ ਨਾਲ ਰਿਲੇਟਡ ਜਾਣਕਾਰੀ ਮਿਲ ਜੂਗੀ, ਪੇਪਰ ਦਾ ਸਿਲੇਬਸ ਮਿਲ ਜੂਗਾ, ਠੀਕ ਹੈ। ਮੇਰਾ ਨੰਬਰ ਸੇਵ ਕਰਕੇ ਮੈਸੇਜ ਕਰ ਲਿਓ, ਪਹਿਲਾਂ ਕਲਾਸ ਲਗਾ ਲਓ, ਸਕਰੀਨਸ਼ਾਟ ਲੈ ਕੇ ਰੱਖ ਲਓ, ਠੀਕ ਹੈ। ਭਾਰਤ ਸਰਕਾਰ ਦਾ ਸੰਵਿਧਾਨਕ ਮੁਖੀ ਕੌਣ ਹੁੰਦਾ ਹੈ? ਰਾਸ਼ਟਰਪਤੀ ਸੰਵਿਧਾਨਕ ਮੁਖੀ ਹੁੰਦਾ ਏ ਭਾਰਤ ਸਰਕਾਰ ਦਾ। ਤੇ ਪਹਿਲਾ ਨਾਗਰਿਕ ਕੌਣ ਹੁੰਦਾ ਏ? ਰਾਸ਼ਟਰਪਤੀ ਇੰਡੀਆ ਦੇ ਵਿੱਚ, ਠੀਕ ਹੈ। ਰਾਸ਼ਟਰਪਤੀ ਨੂੰ ਪਹਿਲਾ ਨਾਗਰਿਕ ਮੰਨਿਆ ਜਾਂਦਾ ਏ। ਸੰਵਿਧਾਨ ਦਾ ਕਿਹੜਾ ਆਰਟੀਕਲ ਕਹਿੰਦਾ ਹੈ ਕਿ ਭਾਰਤ ਦਾ ਰਾਸ਼ਟਰਪਤੀ ਹੋਵੇਗਾ? ਕਿਹੜਾ ਆਰਟੀਕਲ ਕਹਿੰਦਾ ਕਿ ਭਾਰਤ ਦਾ ਰਾਸ਼ਟਰਪਤੀ ਹੋਵੇਗਾ? ਆਰਟੀਕਲ 52, ਠੀਕ ਹੈ। ਆਰਟੀਕਲ 52 ਕਹਿੰਦਾ ਹੈ ਕਿ ਭਾਰਤ ਦਾ ਰਾਸ਼ਟਰਪਤੀ ਹੋਵੇਗਾ। ਭਾਰਤ ਵਿੱਚ ਅਟਾਰਨੀ ਜਨਰਲ ਨਿਯੁਕਤ ਕਰਨ ਦੀ ਸ਼ਕਤੀ ਕਿਸ ਕੋਲ ਹੈ? ਰਾਸ਼ਟਰਪਤੀ ਰਾਈਟ ਆਂਸਰ ਹੋ ਜਾਊਗਾ। ਰਾਸ਼ਟਰਪਤੀ ਕਰਦਾ ਏ ਅਟਾਰਨੀ ਜਨਰਲ ਦੀ ਨਿਯੁਕਤੀ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਰਾਸ਼ਟਰਪਤੀ ਦੀ ਚੋਣ ਡੈਸ਼ ਅਤੇ ਰਾਜ ਵਿਧਾਨ ਸਭਾਵਾਂ ਦੁਆਰਾ ਕੀਤੀ ਜਾਂਦੀ ਹੈ। ਰਾਸ਼ਟਰਪਤੀ ਦੀ ਚੋਣ ਰਾਜ ਸਭਾ, ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੁਆਰਾ ਕੀਤੀ ਜਾਂਦੀ ਹੈ। ਸੰਸਦ ਦੇ ਦੋਨੇ ਸਦਨਾਂ ਦੁਆਰਾ, ਠੀਕ ਹੈ। ਆਪਸ਼ਨ ਡੀ ਮੰਨਿਓ ਇਸ ਨੂੰ, ਆਪਸ਼ਨ ਡੀ ਰਾਈਟ ਆਂਸਰ ਹੋ ਜਾਊਗਾ। ਸੰਸਦ ਦੇ ਦੋਵੇਂ ਸਦਨਾਂ ਦੁਆਰਾ ਰਾਸ਼ਟਰਪਤੀ ਦੀ ਚੋਣ ਕੀਤੀ ਜਾਂਦੀ ਹੈ। ਨੈਕਸਟ ਕੁਐਸਚਨ, ਰਾਸ਼ਟਰਪਤੀ ਦੇ ਅਹੁਦੇ ਦਾ ਕਾਰਜਕਾਲ ਕਿੰਨਾ ਹੈ? ਕਿੰਨਾ ਹੈ? 5 ਸਾਲ, ਠੀਕ ਹੈ। 5 ਸਾਲ ਲਈ ਚੋਣ ਹੁੰਦੀ ਹੈ ਰਾਸ਼ਟਰਪਤੀ ਦੀ। ਡੈਸ਼ ਰਾਸ਼ਟਰ ਦਾ ਸੰਵਿਧਾਨਕ ਮੁਖੀ ਹੈ, ਕੌਣ ਹੈ? ਰਾਸ਼ਟਰਪਤੀ। ਰਾਜ ਦੀ ਸੀਮਾ ਜਾਂ ਇਸ ਦੇ ਨਾਮ ਨੂੰ ਬਦਲਣ ਲਈ ਮਤਾ ਪਾਸ ਕਰਨ ਦੀ ਸ਼ਕਤੀ ਕਿਸ ਕੋਲ ਹੈ? ਰਾਸ਼ਟਰਪਤੀ ਕੋਲ, ਠੀਕ ਹੈ। ਰਾਜ ਦੀ ਸੀਮਾ ਜਾਂ ਇਸ ਦਾ ਨਾਮ ਬਦਲਣਾ ਹੋਵੇ ਜੇ ਕਿਸੇ ਰਾਜ ਦਾ, ਤਾਂ ਉਸ ਦੇ ਲਈ ਮਤਾ ਜੋ ਪਾਇਆ ਜਾਂਦਾ ਹੈ ਉਸ ਨੂੰ ਪਾਸ ਕਰਨ ਦੀ ਸ਼ਕਤੀ ਹੁੰਦੀ ਹੈ ਰਾਸ਼ਟਰਪਤੀ ਦੇ ਕੋਲ। ਭਾਰਤ ਸਰਕਾਰ ਦੇ ਸਾਰੇ ਕਾਰਜਕਾਰੀ ਕੰਮ ਡੈਸ਼ ਦੇ ਨਾਮ ਦੇ ਉੱਤੇ ਕੀਤੇ ਜਾਂਦੇ ਹਨ। ਰਾਸ਼ਟਰਪਤੀ ਦੇ ਨਾਮ ਦੇ ਉੱਤੇ ਸਾਰੇ ਕਾਰਜਕਾਰੀ ਕੰਮ ਕੀਤੇ ਜਾਂਦੇ ਆ ਇੰਡੀਆ ਦੇ ਵਿੱਚ। ਪ੍ਰਧਾਨ ਮੰਤਰੀ ਕਿਸ ਨੂੰ ਸੰਬੋਧਨ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ? ਰਾਸ਼ਟਰਪਤੀ, ਰਾਸ਼ਟਰਪਤੀ, ਇੱਥੇ ਪ੍ਰਧਾਨ ਮੰਤਰੀ ਨਹੀਂ ਹੈ, ਕੁਐਸਚਨ ਗਲਤ ਬੋਲ ਹੋ ਗਿਆ। ਰਾਸ਼ਟਰਪਤੀ ਕਿਸ ਨੂੰ ਸੰਬੋਧਨ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ? ਠੀਕ ਹੈ, ਰਾਸ਼ਟਰਪਤੀ ਹੈ ਇਹ। ਉਪ ਰਾਸ਼ਟਰਪਤੀ, ਠੀਕ ਹੈ। ਰਾਸ਼ਟਰਪਤੀ ਕਿਸ ਨੂੰ ਸੰਬੋਧਨ ਕਰਕੇ ਆਪਣਾ ਅਸਤੀਫਾ ਦੇ ਸਕਦੇ ਆ? ਉਪ ਰਾਸ਼ਟਰਪਤੀ। ਅਨੁਛੇਦ 352 ਦੇ ਅਨੁਸਾਰ ਡੈਸ਼ ਕੋਲ ਐਮਰਜੈਂਸੀ ਘੋਸ਼ਿਤ ਕਰਨ ਦੀਆਂ ਸ਼ਕਤੀਆਂ ਹਨ। ਕਿਸ ਦੇ ਕੋਲ ਐਮਰਜੈਂਸੀ ਘੋਸ਼ਿਤ ਕਰਨ ਦੀਆਂ ਸ਼ਕਤੀਆਂ ਹੈ? ਰਾਸ਼ਟਰਪਤੀ, ਠੀਕ ਹੈ। ਟਰਾਂਸਲੇਸ਼ਨ ਦੇ ਵਿੱਚ ਇਹ ਪ੍ਰਧਾਨ ਲਿਖਿਆ ਗਿਆ, ਪਰ ਰਾਸ਼ਟਰਪਤੀ ਪੜ੍ਹਨਾ ਤੁਸੀਂ, ਠੀਕ ਹੈ। ਰਾਸ਼ਟਰਪਤੀ ਕੋਲ ਅਨੁਛੇਦ 352 ਦੇ ਅਨੁਸਾਰ ਐਮਰਜੈਂਸੀ ਘੋਸ਼ਿਤ ਕਰਨ ਦੀਆਂ ਸ਼ਕਤੀਆਂ ਹਨ, ਠੀਕ ਹੈ। ਪੇਪਰ ਦੇ ਵਿੱਚ ਕੁਐਸਚਨ ਆਉਂਦਾ ਕਈ ਵਾਰ ਕਿ ਰਾਸ਼ਟਰਪਤੀ ਐਮਰਜੈਂਸੀ ਕਿਹੜੇ ਅਨੁਛੇਦ ਦੇ ਅਨੁਸਾਰ ਲਗਾ ਸਕਦਾ ਹੈ? 352। ਭਾਰਤ ਦਾ ਰਾਸ਼ਟਰਪਤੀ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? ਘੱਟੋ ਘੱਟ ਉਮਰ ਹੈਗੀ ਹੈ 35 ਸਾਲ, ਠੀਕ ਹੈ। ਰਾਸ਼ਟਰਪਤੀ ਬਣਨ ਲਈ ਘੱਟੋ ਘੱਟ ਉਮਰ ਹੋਣੀ ਚਾਹੀਦੀ ਹੈ 35 ਸਾਲ। ਰਾਸ਼ਟਰਪਤੀ ਦੇ ਬਾਅਦ ਮਹੱਤਵਪੂਰਨ ਅਹੁਦਾ ਡੈਸ਼ ਦਾ ਹੁੰਦਾ ਹੈ? ਉਪ ਰਾਸ਼ਟਰਪਤੀ, ਠੀਕ ਹੈ। ਰਾਸ਼ਟਰਪਤੀ ਤੋਂ ਬਾਅਦ ਉਪ ਰਾਸ਼ਟਰਪਤੀ ਦਾ ਅਹੁਦਾ ਅਹਿਮ ਹੁੰਦਾ ਹੈ। ਭਾਰਤ ਦੇ ਰਾਸ਼ਟਰਪਤੀ ਦੀ ਚੋਣ ਕਿਸ ਦੁਆਰਾ ਕੀਤੀ ਜਾਂਦੀ ਹੈ? ਉੱਪਰ ਮੈਂ ਕਰਵਾ ਚੁੱਕਿਆ ਕੁਐਸਚਨ। ਲੋਕ ਸਭਾ, ਰਾਜ ਸਭਾ ਅਤੇ ਰਾਜ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ। ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਮੁੜ ਚੋਣ ਲਈ ਯੋਗਤਾ
ਦੀਆਂ ਸ਼ਰਤਾਂ ਨਿਰਧਾਰਿਤ ਕਰਦੀ ਹੈ। ਕਾफ़ी ਇੰਪੋਰਟੈਂਟ ਕੁਐਸਚਨ ਹੈ ਇਹ ਆਰਟੀਕਲ, ਇਹ ਕਾफ़ी ਇੰਪੋਰਟੈਂਟ ਹੈ। ਆਰਟੀਕਲ 57, ਆਰਟੀਕਲ 57 ਕੀ ਕਹਿੰਦਾ ਹੈ? ਮੰਨ ਲਓ ਕੋਈ ਰਾਸ਼ਟਰਪਤੀ ਹੈ, ਠੀਕ ਹੈ, ਜੋ ਕਰੰਟਲੀ ਆਪਣੇ ਰਾਸ਼ਟਰਪਤੀ ਹੈ, ਜੇ ਉਹਨਾਂ ਨੇ ਨੈਕਸਟ ਟਾਈਮ ਵੀ ਰਾਸ਼ਟਰਪਤੀ ਉਹ ਬਣਨਾ ਚਾਹੁੰਦੇ ਆ ਤਾਂ ਉਹਦਾ ਜੋ ਪ੍ਰੋਸੈਸ ਹੋਊਗਾ, ਜੋ ਯੋਗਤਾਵਾਂ ਹੋਣਗੀਆਂ, ਠੀਕ ਹੈ, ਯੋਗਤਾਵਾਂ ਦੀਆਂ ਸ਼ਰਤਾਂ ਉਹ ਇਸ ਆਰਟੀਕਲ ਦੇ ਵਿੱਚ ਹੈ। ਆਰਟੀਕਲ 57 ਕਾफ़ी ਇੰਪੋਰਟੈਂਟ ਕੁਐਸਚਨ ਹੈ, ਇਹ ਆਇਆ ਹੋਇਆ ਪੇਪਰਾਂ ਦੇ ਵਿੱਚ, ਯਾਦ ਰੱਖਿਓ। ਇਹਨਾਂ ਵਿੱਚੋਂ ਕਿਹੜਾ ਰਾਸ਼ਟਰਪਤੀ ਸੁਪਰੀਮ ਕੋਰਟ ਵਿੱਚ ਪੇਸ਼ ਹੋਇਆ ਸੀ ਜਦੋਂ ਸੁਪਰੀਮ ਕੋਰਟ ਰਾਸ਼ਟਰਪਤੀ ਦੇ ਚੋਣ ਵਿਵਾਦ ਦੀ ਸੁਣਵਾਈ ਕਰ ਰਿਹਾ ਸੀ? BV ਗਿਰੀ, ਠੀਕ ਹੈ, ਸੁਪਰੀਮ ਕੋਰਟ ਦੇ ਵਿੱਚ ਇਹ ਪੇਸ਼ ਹੋਏ ਸਨ। ਜੇ ਰਾਸ਼ਟਰਪਤੀ ਦੀ ਚੋਣ ਬਾਰੇ ਕੋਈ ਵਿਵਾਦ ਹੁੰਦਾ ਹੈ ਤਾਂ ਇਸ ਦਾ ਹਵਾਲਾ ਦਿੱਤਾ ਜਾ ਸਕਦਾ ਹੈ। ਸੁਪਰੀਮ ਕੋਰਟ ਦੇ ਵਿੱਚ ਇਸ ਦਾ ਜੋ ਵੀ ਹੁੰਦਾ ਇਹ ਪ੍ਰੋਸੈਸ ਉਹ ਸੁਪਰੀਮ ਕੋਰਟ ਦੇ ਵਿੱਚ ਹੁੰਦਾ ਜੇ ਰਾਸ਼ਟਰਪਤੀ ਦੀ ਚੋਣ ਸੰਬੰਧੀ ਕੋਈ ਵਿਵਾਦ ਹੁੰਦਾ ਹੈ। ਭਾਰਤ ਦਾ ਰਾਸ਼ਟਰਪਤੀ ਆਪਣਾ ਅਸਤੀਫਾ ਕਿਸ ਨੂੰ ਸੌਂਪਦਾ ਹੈ? ਭਾਰਤ ਦੇ ਉਪ ਰਾਸ਼ਟਰਪਤੀ ਨੂੰ। ਹੇਠ ਲਿਖਿਆਂ ਵਿੱਚੋਂ ਕਿਹੜੇ ਅਨੁਛੇਦ ਦੇ ਅਧੀਨ ਮਹਾਦੋਸ਼ ਦੀ ਪ੍ਰਕਿਰਿਆ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਹਟਾਉਣ ਦੀ ਪ੍ਰਕਿਰਿਆ ਨਿਰਧਾਰਿਤ ਕੀਤੀ ਗਈ ਹੈ? ਮੋਸਟ ਇੰਪੋਰਟੈਂਟ ਕੁਐਸਚਨ, ਠੀਕ ਹੈ, ਮੋਸਟ ਇੰਪੋਰਟੈਂਟ ਕੁਐਸਚਨ ਹੈ, ਬਹੁਤ ਵਾਰੀ ਆਇਆ ਹੋਇਆ ਇਹ ਪੇਪਰਾਂ ਦੇ ਵਿੱਚ। ਧਾਰਾ 61 ਜਾਂ ਆਰਟੀਕਲ 61 ਦੇ ਤਹਿਤ ਮਹਾਦੋਸ਼ ਪ੍ਰਕਿਰਿਆ ਲਗਾ ਕੇ ਰਾਸ਼ਟਰਪਤੀ ਨੂੰ ਹਟਾਇਆ ਜਾ ਸਕਦਾ ਹੈ। ਭਾਰਤ ਦੇ ਰਾਸ਼ਟਰਪਤੀ ਦੇ ਮਹਾਦੋਸ਼ ਲਈ ਘੱਟੋ ਘੱਟ ਕਿੰਨੇ ਦਿਨਾਂ ਦੇ ਅਗਾਊ ਨੋਟਿਸ ਦੀ ਲੋੜ ਹੁੰਦੀ ਹੈ? ਲਗਭਗ 14 ਦਿਨ, ਠੀਕ ਹੈ, 14 ਦਿਨ ਦੇ ਅਗਾਊ ਨੋਟਿਸ ਦੀ ਲੋੜ ਹੁੰਦੀ ਹੈ। ਇਹਨਾਂ ਵਿੱਚੋਂ ਸੰਵਿਧਾਨ ਦੀ ਕਿਹੜੀ ਧਾਰਾ ਰਾਸ਼ਟਰਪਤੀ ਨੂੰ ਸੰਘ ਦੀ ਕਾਰਜਕਾਰੀ ਸ਼ਕਤੀ ਪ੍ਰਦਾਨ ਕਰਦੀ ਹੈ? ਇਹ ਵੀ ਕਾफ़ी ਇੰਪੋਰਟੈਂਟ ਕੁਐਸਚਨ ਹੈ। ਆਰਟੀਕਲ 53, ਠੀਕ ਹੈ। ਭਾਰਤੀ ਸੰਵਿਧਾਨ ਵਿੱਚ ਇਹਨਾਂ ਵਿੱਚੋਂ ਕਿਹੜੀ ਸੋਧ ਰਾਸ਼ਟਰਪਤੀ ਨੂੰ ਮੰਤਰੀ ਪਰਿਸ਼ਦ ਦੁਆਰਾ ਮੁੜ ਵਿਚਾਰ ਲਈ ਕਿਸੇ ਵੀ ਮਾਮਲੇ ਨੂੰ ਵਾਪਸ ਭੇਜਣ ਦਾ ਅਧਿਕਾਰ ਦਿੰਦੀ ਹੈ? ਕਿਹੜੀ ਸੋਧ ਹੈ ਇਹ? 44ਵੀਂ ਸੋਧ, ਠੀਕ ਹੈ। ਇਸ ਦੇ ਤਹਿਤ ਕਿਸੇ ਵੀ ਮਾਮਲੇ ਨੂੰ ਵਾਪਸ ਰਾਸ਼ਟਰਪਤੀ ਵੱਲੋਂ ਭੇਜਿਆ ਜਾ ਸਕਦਾ ਹੈ, ਠੀਕ ਹੈ, ਤਾਂ ਜੋ ਮੰਤਰੀ ਪਰਿਸ਼ਦ ਦੇ ਵਿੱਚ ਦੁਬਾਰਾ ਉਸ ਦੇ ਉੱਤੇ ਵਿਚਾਰ ਕੀਤਾ ਜਾ ਸਕੇ। ਇਹਨਾਂ ਵਿੱਚੋਂ ਭਾਰਤ ਦੇ ਰਾਸ਼ਟਰਪਤੀ ਬਾਰੇ ਕਿਹੜਾ ਕਥਨ ਸਹੀ ਨਹੀਂ ਹੈ? ਕਿਹੜਾ ਕਥਨ ਸਹੀ ਨਹੀਂ ਹੈ ਇਹਨਾਂ ਵਿੱਚੋਂ? ਆਪਸ਼ਨ ਸਾਰੇ ਤੁਸੀਂ ਆਪ ਪੜ੍ਹੋ, ਠੀਕ ਹੈ। ਸਹੀ ਉੱਤਰ ਮੈਂ ਦੱਸ ਦਿੰਦਾ, ਉਹ ਦੋਹਾਂ ਸਦਨਾਂ ਦੇ ਵਿੱਚ ਵਿਚਾਰ ਵਟਾਂਦਰੇ ਦੇ ਵਿੱਚ ਹਿੱਸਾ ਨਹੀਂ ਲੈਂਦੇ, ਠੀਕ ਹੈ। ਇਹ ਕਥਨ ਸਹੀ ਨਹੀਂ ਹੈ, ਠੀਕ ਹੈ। ਰਾਸ਼ਟਰਪਤੀ ਦੋਨਾਂ ਸਦਨਾਂ ਵਿੱਚ ਚਰਚਾ ਵਿੱਚ ਹਿੱਸਾ ਨਹੀਂ ਲੈਂਦੇ। ਭਾਰਤ ਦਾ ਰਾਸ਼ਟਰਪਤੀ ਸੰਸਦ ਦਾ ਇੱਕ ਅੰਗ ਹੈ। ਰਾਸ਼ਟਰਪਤੀ ਲੋਕ ਸਭਾ ਅਤੇ ਰਾਜ ਸਭਾ ਸੰਸਦ ਦੇ 3 ਅੰਗ ਹੈ ਇਹ, ਠੀਕ ਹੈ। ਹਰ ਸਾਲ ਪਹਿਲੇ ਸੈਸ਼ਨ ਦੇ ਸ਼ੁਰੂ ਵਿੱਚ ਦੋਨਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਵੀ ਸੰਬੋਧਨ ਕਰਦੇ ਆ ਰਾਸ਼ਟਰਪਤੀ। ਇਹ ਕੁਐਸਚਨ ਵੀ ਕਈ ਵਾਰ ਆ ਜਾਂਦਾ ਹੈ ਕਿ ਸੈਸ਼ਨ ਜਦੋਂ ਸ਼ੁਰੂ ਹੁੰਦਾ ਹੈ ਹਰ ਸਾਲ ਸਦਨ ਦਾ, ਤਾਂ ਦੋਨਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਕੌਣ ਸੰਬੋਧਿਤ ਕਰਦੇ ਆ? ਪਹਿਲੀ ਬੈਠਕ ਨੂੰ ਰਾਸ਼ਟਰਪਤੀ, ਠੀਕ ਹੈ। ਅਤੇ ਵਿਸ਼ੇਸ਼ ਹਾਲਾਤਾਂ ਦੇ ਵਿੱਚ ਸੰਵਿਧਾਨ ਦੀ ਧਾਰਾ 123 ਤਹਿਤ ਆਰਡੀਨੈਂਸ ਜਾਰੀ ਕਰ ਸਕਦੇ ਆ ਰਾਸ਼ਟਰਪਤੀ। ਕਿਹੜੀ ਧਾਰਾ ਦੇ ਤਹਿਤ? 123 ਦੇ ਤਹਿਤ ਆਰਡੀਨੈਂਸ ਰਾਸ਼ਟਰਪਤੀ ਜਾਰੀ ਕਰ ਸਕਦੇ ਆ। ਇਹਨਾਂ ਵਿੱਚੋਂ ਕਿਹੜੇ ਰਾਸ਼ਟਰਪਤੀਆਂ ਨੇ ਸੰਵਿਧਾਨਿਕ ਸ਼ਬਦਾਵਲੀ ਵਿੱਚ ਪਾਕੇਟ ਵੀਟੋ ਦੀ ਸ਼ਕਤੀ ਦੀ ਵਰਤੋਂ ਕੀਤੀ ਸੀ? ਗਿਆਨੀ ਜੈਲ ਸਿੰਘ ਨੇ। ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਦੇ ਤਹਿਤ ਭਾਰਤ ਦੇ ਰਾਸ਼ਟਰਪਤੀ ਨੂੰ ਸੰਸਦ ਦੇ ਦੋਵਾਂ ਸਦਨਾਂ ਦੁਆਰਾ ਪਾਸ ਕੀਤੇ ਗਏ ਕਿਸੇ ਵੀ ਬਿੱਲ ਲਈ ਆਪਣੀ ਸਹਿਮਤੀ ਨੂੰ ਰੋਕਣ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ? ਆਰਟੀਕਲ 111,
ठीक है। मतलब संसद के दोवां सदनां विचों कोई बिल अगर पास हो गया तो राष्ट्रपति उस बिल नूं रोक सकता है जे उसनूं उसदे विच कुछ भी एवें दा लगता है। तो किहड़े आर्टिकल के तहत? 111। ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਦੇ ਤਹਿਤ ਰਾਸ਼ਟਰਪਤੀ ਨੇ ਚੋਣ ਸੁਧਾਰਾਂ ਬਾਰੇ ਆਰਡੀਨੈਂਸ ਨੂੰ ਮਨਜ਼ੂਰੀ ਦਿੱਤੀ ਜਦੋਂ ਇਹ ਕੇਂਦਰੀ ਮੰਤਰੀ ਮੰਡਲ ਦੁਆਰਾ ਬਿਨਾਂ ਕਿਸੇ ਤਬਦੀਲੀ ਕੀਤੇ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਸੀ? ਸਹੀ ਉੱਤਰ ਹੋ ਜਾਊਗਾ ਆਰਟੀਕਲ 123। ਇਹਨਾਂ ਵਿੱਚੋਂ ਕਿਸ ਨੂੰ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ? ਰਾਸ਼ਟਰਪਤੀ ਦੁਆਰਾ ਨਿਯੁਕਤੀ ਕਿਸ ਦੀ ਕੀਤੀ ਜਾਂਦੀ ਹੈ? ਉੱਪਰ ਦਿੱਤੇ ਸਾਰਿਆਂ ਦੀ। ਠੀਕ ਹੈ। ਅਟਾਰਨੀ ਜਨਰਲ ਹੋ ਗਿਆ, ਰਾਜ ਦੇ ਗਵਰਨਰ ਹੋ ਗਏ। ਠੀਕ ਹੈ। ਇਹਨਾਂ ਸਾਰਿਆਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਲਗਾਤਾਰ 2 ਵਾਰੀ ਚੁਣੇ ਗਏ ਇੱਕੋ ਇੱਕ ਰਾਸ਼ਟਰਪਤੀ ਕੌਣ ਹਨ? ਡਾਕਟਰ ਰਜਿੰਦਰ ਪ੍ਰਸਾਦ ਲਗਾਤਾਰ 2 ਵਾਰੀ ਚੁਣੇ ਗਏ ਸਨ। ਇਹਨਾਂ ਵਿੱਚੋਂ ਕਿਹੜੇ ਰਾਸ਼ਟਰਪਤੀ ਦੀ ਦਫ਼ਤਰ ਵਿੱਚ ਉਹਨਾਂ ਦੇ ਕਾਰਜਕਾਲ ਦੌਰਾਨ ਡੈਥ ਹੋ ਗਈ ਸੀ? ਇਹ ਕੁਐਸਚਨ ਵੀ ਪੁੱਛ ਲਿਆ ਜਾਂਦਾ ਹੈ। ਠੀਕ ਹੈ। ਜ਼ਾਰਿਕ ਹੁਸੈਨ, ਡਾਕਟਰ ਜ਼ਾਰਿਕ ਹੁਸੈਨ, ਇਹਨਾਂ ਦੀ ਡੈਥ ਹੋ ਗਈ ਸੀ। ਠੀਕ ਹੈ। ਇਹਨਾਂ ਨੇ ਕਦੋਂ ਉਹਦਾ ਸੰਭਾਲਿਆ ਸੀ? 13 ਮਈ 1967 ਨੂੰ ਅਤੇ 3 ਮਈ 1969 ਨੂੰ ਇਹਨਾਂ ਦੀ ਡੈਥ ਹੋ ਗਈ ਸੀ ਅਤੇ ਭਾਰਤ ਦੇ ਇਹ ਤੀਜੇ ਰਾਸ਼ਟਰਪਤੀ ਸਨ। ਇਹਨਾਂ ਤੋਂ ਬਾਅਦ ਬੀਵੀ ਗਿਰੀ ਨੇ ਅਹੁਦਾ ਸੰਭਾਲਿਆ। ਕਿਹੜੇ ਸੋਧ ਬਿੱਲ ਰਾਹੀਂ ਸੰਵਿਧਾਨਿਕ ਸੋਧਾਂ ਦੇ ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਨੂੰ ਲਾਜ਼ਮੀ ਬਣਾਇਆ ਗਿਆ ਹੈ? 24ਵਾਂ 1971 ਦਾ 24ਵਾਂ ਸੋਧ ਐਕਟ। ਠੀਕ ਹੈ। ਸੰਵਿਧਾਨਿਕ ਸੋਧਾਂ ਦੇ ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਜ਼ਰੂਰੀ ਹੈ ਤਾਂ ਇਸ ਲਈ 1971 ਦੇ ਵਿੱਚ ਜਿਹੜੀ 24ਵੀਂ ਸੰਵਿਧਾਨਿਕ ਸੋਧ ਹੋਈ ਹੈ ਉਸ ਦੇ ਵਿੱਚ ਇਹ ਐਕਟ ਬਣਾਇਆ ਗਿਆ। ਥਲ ਸੈਨਾ, ਜਲ ਸੈਨਾ ਅਤੇ ਵਾਯੂ ਸੈਨਾ ਦੇ ਮੁਖੀ ਨੂੰ ਕੌਣ ਨਿਯੁਕਤ ਕਰਦਾ ਹੈ? ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਨਿਯੁਕਤੀ ਇਹਨਾਂ ਦੀ ਵੀ। ਠੀਕ ਹੈ। ਜਲ, ਥਲ ਅਤੇ ਵਾਯੂ ਸੈਨਾ ਦੇ ਮੁਖੀਆਂ ਦੀ। ਰਾਸ਼ਟਰਪਤੀ ਰਾਜ ਸਭਾ ਲਈ ਕਿੰਨੇ ਮੈਂਬਰਾਂ ਨੂੰ ਨਾਮਜ਼ਦ ਕਰ ਸਕਦਾ ਹੈ? ਕਿੰਨੇ ਮੈਂਬਰਾਂ ਨੂੰ ਰਾਸ਼ਟਰਪਤੀ ਦੁਆਰਾ ਰਾਜ ਸਭਾ ਲਈ ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਹੈ? 12। ਠੀਕ ਹੈ। ਰਾਸ਼ਟਰਪਤੀ ਮਹਾਦੋਸ਼ ਲਈ ਸੰਸਦ ਵਿੱਚ ਕਿਸ ਕਿਸਮ ਦੇ ਬਹੁਮਤ ਦੀ ਲੋੜ ਹੁੰਦੀ ਹੈ? ਜੇ ਰਾਸ਼ਟਰਪਤੀ ਦੇ ਉੱਤੇ ਮਹਾਦੋਸ਼ ਲਾਉਣਾ ਹੋਵੇ ਤਾਂ ਕਿੰਨਾ ਬਹੁਮਤ ਹੋਣਾ ਚਾਹੀਦਾ ਹੈ? ਕੁੱਲ ਮੈਂਬਰਸ਼ਿਪ ਦਾ 2/3 ਹਿੱਸਾ। ਠੀਕ ਹੈ। 2/3 ਹਿੱਸਾ ਚਾਹੀਦਾ ਹੈ ਕੁੱਲ ਮੈਂਬਰਸ਼ਿਪ ਦਾ। ਇਹਨਾਂ ਵਿੱਚੋਂ ਕਿਹੜੀ ਧਾਰਾ ਰਾਸ਼ਟਰਪਤੀ ਨੂੰ ਮਾਫੀ ਦੇਣ ਦੀ ਸ਼ਕਤੀ ਦਿੰਦੀ ਹੈ? ਬਹੁਤ ਇੰਪੋਰਟੈਂਟ ਹੈ ਵੀ ਕੁਐਸਚਨ। ਆਰਟੀਕਲ 72। ਠੀਕ ਹੈ। ਰਾਸ਼ਟਰਪਤੀ ਨੂੰ ਇਹ ਧਾਰਾ ਮੁਆਫੀ ਦੇਣ ਦੀ ਸ਼ਕਤੀ ਦਿੰਦੀ ਹੈ। ਜਦੋਂ ਕੋਈ ਅਪਰਾਧੀ ਕੋਈ ਅਪਰਾਧ ਕਰਦਾ ਹੈ, ਉਸ ਨੂੰ ਫਾਂਸੀ ਵਗੈਰਾ ਹੋ ਜਾਂਦੀ ਹੈ ਤਾਂ ਸਿਰਫ ਰਾਸ਼ਟਰਪਤੀ ਕੋਲ ਸ਼ਕਤੀ ਹੈ ਕਿ ਉਸ ਦੀ ਫਾਂਸੀ ਨੂੰ ਆਪਣੀ ਸ਼ਕਤੀ ਵਰਤ ਕੇ ਉਹ ਰੋਕ ਸਕਦੇ ਆ ਜਾਂ ਸਜ਼ਾ ਨੂੰ ਘੱਟ ਕਰ ਸਕਦੇ ਆ ਆਰਟੀਕਲ 72 ਦੇ ਤਹਿਤ। ਇਹਨਾਂ ਵਿੱਚੋਂ ਕਿਹੜੀਆਂ ਨਿਯੁਕਤੀਆਂ ਭਾਰਤ ਦੇ ਰਾਸ਼ਟਰਪਤੀ ਦੁਆਰਾ ਨਹੀਂ ਕੀਤੀਆਂ ਜਾਂਦੀਆਂ? ਕਿਹੜੀਆਂ ਨਿਯੁਕਤੀਆਂ ਨਹੀਂ ਕੀਤੀਆਂ ਜਾਂਦੀਆਂ? ਇਹ ਤਿੰਨੋਂ ਭਾਰਤ ਦੇ ਰਾਸ਼ਟਰਪਤੀ ਦੁਆਰਾ ਕੀਤੀਆਂ ਜਾਂਦੀਆਂ ਅਤੇ ਲੋਕ ਸਭਾ ਦੇ ਸਪੀਕਰ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਨਹੀਂ ਕੀਤੀ ਜਾਂਦੀ। ਆਪਸ਼ਨ ਏ ਰਾਈਟ ਆਨਸਰ ਬਣ ਜੂਗਾ। ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਵੱਧ ਤੋਂ ਵੱਧ ਉਮਰ ਸੀਮਾ ਕਿੰਨੀ ਨਿਰਧਾਰਿਤ ਕੀਤੀ ਗਈ ਹੈ? ਮਿਨੀਮਮ ਤਾਂ ਹੈਗੀ ਹੈ 35 ਸਾਲ, ਮਤਲਬ 35 ਸਾਲ ਤੋਂ ਜੇ ਘੱਟ ਹੈ 34 ਸਾਲ ਤਾਂ ਰਾਸ਼ਟਰਪਤੀ ਲਈ ਅਪਲਾਈ ਨਹੀਂ ਕਰ ਸਕਦੇ। ਜੇ 35 ਤੋਂ ਵੱਧ ਹੈ ਤਾਂ ਵੱਧ ਤੋਂ ਵੱਧ ਕਿੰਨੀ ਉਮਰ ਹੈ? ਕੋਈ ਵੀ ਉਮਰ ਸੀਮਾ ਨਹੀਂ ਹੈ, ਚਾਹੇ 80 ਸਾਲ ਹੋਵੇ ਚਾਹੇ 90 ਸਾਲ ਹੋਵੇ, ਪਰ 35 ਤੋਂ ਘੱਟ ਨਹੀਂ ਹੋਣੀ ਚਾਹੀਦੀ। 35 ਤੋਂ ਵੱਧ ਜਿੰਨੀ ਮਰਜ਼ੀ ਹੋਵੇ। ਠੀਕ ਹੈ। ਕੋਈ ਵੀ ਉਮਰ ਸੀਮਾ
नहीं है। राष्ट्रपति भवन ਨੂੰ किस द्वारा डिज़ाइन किया गया सी? काफ़ी इंपोर्टेंट क्वेश्चन है भी, ठीक है, ये कई बार आ जाता पेपरों के विच। एडविन लुटियंस, ठीक है, एडविन लुटियंस द्वारा राष्ट्रपति भवन ਨੂੰ डिज़ाइन किया गया सी। साल 1975 ਵਿੱਚ ਐਮਰਜੈਂਸੀ ਦੇ ਐਲਾਨ ਸਮੇਂ ਭਾਰਤ ਦਾ ਰਾਸ਼ਟਰਪਤੀ ਕੌਣ ਸੀ? ਫਰਖੁਦੀਨ ਅਲੀ ਅਹਿਮਦ ਭਾਰਤ ਦੇ ਰਾਸ਼ਟਰਪਤੀ ਸਨ 1975 ਦੇ ਵਿੱਚ। ਭਾਰਤ ਦੇ ਸੰਵਿਧਾਨ ਦੀ ਕਿਹੜੀ ਧਾਰਾ ਦੇ ਤਹਿਤ ਭਾਰਤ ਦੇ ਰਾਸ਼ਟਰਪਤੀ 'ਤੇ ਮਹਾਦੋਸ਼ ਚਲਾਇਆ ਜਾ ਸਕਦਾ ਹੈ? ਕਿਹੜੀ ਧਾਰਾ ਇਹ? ਆਰਟੀਕਲ 61। ਲੋਕ ਸਭਾ ਵਿੱਚ ਐਗਲੋ ਇੰਡੀਅਨ ਭਾਈਚਾਰੇ ਦੇ ਨਾਮਜ਼ਦ ਵਿਅਕਤੀਆਂ ਨੂੰ ਨਿਯੁਕਤ ਕਰਨ ਦੀ ਸ਼ਕਤੀ ਕਿਸ ਕੋਲ ਹੈ? ਭਾਰਤ ਦੇ ਰਾਸ਼ਟਰਪਤੀ ਕੋਲ ਇਹ ਸ਼ਕਤੀ ਹੈ, ਠੀਕ ਹੈ। ਹੁਣ ਐਗਲੋ ਇੰਡੀਅਨ ਜੋ ਪਹਿਲਾਂ ਨਾਮਜ਼ਦ ਕੀਤੇ ਜਾਂਦੇ ਸੀ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਹੈ, ਠੀਕ ਹੈ। ਨੈਕਸਟ ਕੁਐਸਚਨ ਹੈ, ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਕਿੱਥੋਂ ਦੇ ਸਨ? ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ? ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ, ਠੀਕ ਹੈ, ਉੱਪਰ ਮੈਂ ਦੱਸਿਆ ਵੀ ਹੈ। ਕਿੱਥੋਂ ਦੇ ਸਨ ਇਹ? ਬਿਹਾਰ ਤੋਂ, ਠੀਕ ਹੈ, ਬਿਹਾਰ ਤੋਂ ਸਨ ਡਾਕਟਰ ਰਜਿੰਦਰ ਪ੍ਰਸਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ। ਭਾਰਤੀ ਸੰਵਿਧਾਨ ਅਨੁਸਾਰ ਦੇਸ਼ ਦੇ ਤਿੰਨੇ ਫੌਜਾਂ ਦੇ ਪ੍ਰਧਾਨ ਕੌਣ ਹੈ? ਰਾਸ਼ਟਰਪਤੀ। ਰਾਸ਼ਟਰਪਤੀ ਨੂੰ ਸਹੁੰ ਕੌਣ ਚੁਕਾਉਂਦਾ ਹੈ? ਕੌਣ ਚੁਕਾਉਂਦਾ ਹੈ ਸਹੁੰ? ਭਾਰਤ ਦੇ ਮੁੱਖ ਜੱਜ, ਠੀਕ ਹੈ। ਭਾਰਤ ਦੇ ਮੁੱਖ ਜੱਜ ਰਾਸ਼ਟਰਪਤੀ ਨੂੰ ਸਹੁੰ ਚੁਕਵਾਉਂਦੇ ਹੈ। ਵਿਧਾਨ ਦੇ ਕਿਹੜੇ ਅਨੁਛੇਦ ਤਹਿਤ ਰਾਸ਼ਟਰਪਤੀ ਭਾਰਤ ਦੇ ਚੀਫ ਜਸਟਿਸ ਸਾਹਮਣੇ ਸਹੁੰ ਚੁੱਕਦਾ ਹੈ? ਚੀਫ ਜਸਟਿਸ ਮਤਲਬ ਭਾਰਤ ਦੇ ਮੁੱਖ ਜੱਜ। ਰਾਸ਼ਟਰਪਤੀ ਦੀ ਸਹੁੰ ਨਾਲ ਸੰਬੰਧਿਤ ਆਰਟੀਕਲ ਆ ਜਾਂਦਾ ਪੇਪਰ ਦੇ ਵਿੱਚ, ਕਿਹੜਾ ਆਰਟੀਕਲ ਹੈ? ਆਰਟੀਕਲ ਕਿਹੜਾ ਹੈ? ਆਰਟੀਕਲ 60, ਠੀਕ ਹੈ। ਆਰਟੀਕਲ 60 ਦੇ ਅਧੀਨ ਰਾਸ਼ਟਰਪਤੀ ਸਹੁੰ ਚੁੱਕਦੇ ਹੈ। ਰਾਸ਼ਟਰਪਤੀ ਦੀ ਸਹੁੰ ਨਾਲ ਰਿਲੇਟਡ ਹੈ ਆਰਟੀਕਲ 60। ਚੀਫ ਜਸਟਿਸ ਦੀ ਗੈਰ ਹਾਜ਼ਰੀ ਵਿੱਚ ਰਾਸ਼ਟਰਪਤੀ ਕਿਸ ਦੇ ਸਾਹਮਣੇ ਸਹੁੰ ਚੁੱਕਦੇ ਹੈ? ਸੁਪਰੀਮ ਕੋਰਟ ਦੇ ਸੀਨੀਅਰ ਜੱਜ, ਠੀਕ ਹੈ। ਜੇ ਚੀਫ ਜਸਟਿਸ ਨਾ ਹੋਣ, ਮੁੱਖ ਜੱਜ ਨਾ ਹੋਣ, ਤਾਂ ਸੀਨੀਅਰ ਜੱਜ ਦੇ ਸਾਹਮਣੇ ਰਾਸ਼ਟਰਪਤੀ ਸਹੁੰ ਚੁੱਕ ਸਕਦੇ ਹੈ। ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਰਾਸ਼ਟਰਪਤੀ ਕੌਣ ਸਨ? ਡਾਕਟਰ ਰਜਿੰਦਰ ਪ੍ਰਸਾਦ, ਆਪਸ਼ਨ ਏ। ਭਾਰਤ ਦੇ ਰਾਸ਼ਟਰਪਤੀ ਨੂੰ ਸਰਬਸੰਮਤੀ ਨਾਲ ਚੁਣੇ ਜਾਣ ਦੀ ਹੁਣ ਤੱਕ ਦੀ ਇੱਕੋ ਇੱਕ ਮਿਸਾਲ ਹੈ। ਨੀਲਮ ਸੰਜੀਵਾ ਰੈਡੀ, ਇਹਨਾਂ ਨੂੰ ਸਰਬਸੰਮਤੀ ਨਾਲ ਚੁਣ ਲਿਆ ਗਿਆ ਸੀ। ਭਾਰਤ ਦੇ ਪਹਿਲੇ ਮਹਿਲਾ ਰਾਸ਼ਟਰਪਤੀ ਕੌਣ ਹਨ? ਪਹਿਲੇ ਮਹਿਲਾ ਰਾਸ਼ਟਰਪਤੀ ਕੌਣ ਹਨ? ਪ੍ਰਤਿਭਾ ਦੇਵੀ ਸਿੰਘ ਪਾਟਿਲ ਭਾਰਤ ਦੇ ਪਹਿਲੇ ਮਹਿਲਾ ਰਾਸ਼ਟਰਪਤੀ ਸਨ। ਤੇ ਕੁੱਲ ਕਿੰਨਵੇਂ ਸਨ ਇਹ? 12ਵੇਂ ਰਾਸ਼ਟਰਪਤੀ ਭਾਰਤ ਦੇ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਹੈ, ਕੁਐਸਚਨ ਇੰਪੋਰਟੈਂਟ ਹੈ ਕਾਫੀ। ਭਾਰਤ ਦੇ ਮੌਜੂਦਾ ਰਾਸ਼ਟਰਪਤੀ ਕੌਣ ਹਨ? ਕੌਣ ਹੈ? ਦ੍ਰੋਪਦੀ ਮੁਰਮੂ, ਠੀਕ ਹੈ। ਮੌਜੂਦਾ ਰਾਸ਼ਟਰਪਤੀ ਕੌਣ ਹੈ? ਦ੍ਰੋਪਦੀ ਮੁਰਮੂ। ਤੇ ਉਪ ਰਾਸ਼ਟਰਪਤੀ ਕੌਣ ਹੈ? ਆਪਸ਼ਨਾਂ ਦੇ ਵਿੱਚ ਹੀ ਹੈ, ਕਮੈਂਟ ਕਰਕੇ ਦੱਸ ਦਿਓ ਭਾਰਤ ਦੇ ਉਪ ਰਾਸ਼ਟਰਪਤੀ ਮੌਜੂਦਾ ਕੌਣ ਹਨ, ਠੀਕ ਹੈ। ਭਾਰਤ ਦੇ 14ਵੇਂ ਰਾਸ਼ਟਰਪਤੀ ਵਜੋਂ ਕਿਸ ਨੇ ਸੇਵਾ ਨਿਭਾਈ? ਰਾਮਨਾਥ ਕੋਵਿੰਦ, ਠੀਕ ਹੈ। ਦ੍ਰੋਪਦੀ ਮੁਰਮੂ 15ਵੇਂ ਰਾਸ਼ਟਰਪਤੀ ਹੈ, ਠੀਕ ਹੈ। ਤੇ ਇਹ 14ਵੇਂ ਰਾਸ਼ਟਰਪਤੀ ਸਨ ਰਾਮਨਾਥ ਕੋਵਿੰਦ। ਸੰਵਿਧਾਨ ਦੇ ਅਨੁਸਾਰ ਭਾਰਤ ਦੇ ਰਾਸ਼ਟਰਪਤੀ ਦੇ ਨਿਯੰਤਰਣ ਵਿੱਚ ਕਿਹੜਾ ਫੰਡ ਹੋਵੇਗਾ? ਕਿਹੜਾ ਫੰਡ ਹੋਊਗਾ?
ਰਾਸ਼ਟਰਪਤੀ ਦੇ ਨਿਰੰਤਰਣ ਦੇ ਵਿੱਚ ਭਾਰਤ ਦਾ ਸੰਕਟਕਾਲੀਨ ਫੰਡ। ਠੀਕ ਹੈ। ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਰਾਸ਼ਟਰਪਤੀ ਨੂੰ ਮੁਆਫੀ ਦੇਣ ਦਾ ਅਧਿਕਾਰ ਦਿੰਦਾ ਹੈ? ਕਿਹੜਾ ਅਨੁਛੇਦ ਦਿੰਦਾ ਇਹ? ਧਾਰਾ 72। ਹੇਠ ਲਿਖਿਆਂ ਵਿੱਚੋਂ ਕਾਨੂੰਨ ਕੌਣ ਬਣਾਉਂਦਾ ਹੈ? ਕੌਣ ਬਣਾਉਂਦਾ ਹੈ? ਲੋਕ ਸਭਾ, ਰਾਜ ਸਭਾ ਤੇ ਦੋਨੋਂ ਸਦਨ। ਆਪਸ਼ਨ ਸੀ ਰਾਈਟ ਆਨਸਰ ਹੋ ਜਾਊਗਾ। ਠੀਕ ਹੈ, ਆਪਸ਼ਨ ਸੀ। ਸੋ ਇਹ ਇੰਪੋਰਟੈਂਟ ਕੁਐਸਚਨ ਰਾਸ਼ਟਰਪਤੀ ਨਾਲ ਰਿਲੇਟਡ ਮੈਂ ਤੁਹਾਨੂੰ ਕਰਵਾਏ ਆ। ਠੀਕ ਹੈ, ਇਸੇ ਤਰ੍ਹਾਂ ਤੁਹਾਡੀ ਤਿਆਰੀ ਚੱਲਦੀ ਰਹੂਗੀ ਇਸ ਚੈਨਲ ਦੇ ਉੱਤੇ। ਵੀਡੀਓ ਨੂੰ ਸ਼ੇਅਰ ਕਰਿਓ ਜੇ ਚੰਗੀ ਲੱਗੀ। ਧੰਨਵਾਦ।